ਨੈਕਸਟ ਆਪਣੇ ਕੋਲ ਇਫੈਕਟ ਆਫ ਡੈਫੀਸਿਟ ਫਿਨਾਂਸਿੰਗ ਔਨ ਇਕਨੋਮਿਕ ਗਰੋਥ। ਦੋਨੋਂ ਤਰ੍ਹਾਂ ਦੇ ਇਫੈਕਟ ਨੇ ਜਿਹੜੇ ਡੈਫੀਸਿਟ ਫਿਨਾਂਸਿੰਗ ਦੇ ਇਕਨੋਮਿਕ ਗਰੋਥ ਦੇ ਉੱਤੇ ਪੈਂਦੇ ਨੇ ਬੇਟਾ। ਫੇਵਰੇਬਲ ਇਫੈਕਟ ਵੀ ਹੁੰਦੇ ਨੇ ਅਤੇ ਅਨਫੇਵਰੇਬਲ ਵੀ ਹੁੰਦੇ ਨੇ। ਮਤਲਬ ਜਿਹੜਾ ਡੈਫੀਸਿਟ ਫਿਨਾਂਸਿੰਗ ਹੈ ਉਹ ਗੁੱਡ ਇੰਪੈਕਟ ਵੀ ਪਾਉਂਦਾ ਅਤੇ ਬੈਡ ਵੀ ਪਾਉਂਦਾ ਹੈ। ਗਵਰਨਮੈਂਟ ਨੂੰ ਬਹੁਤ ਸਾਰੇ ਪੈਸੇ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਹੈ ਆਪਣੀ ਇਕਨੋਮਿਕ ਡਿਵੈਲਪਮੈਂਟ ਵਾਸਤੇ। ਗਵਰਨਮੈਂਟ ਹੈ ਜਿਹੜੀ ਉਹ ਸਫੀਸ਼ੀਐਂਟ ਰੈਵਨਿਊ ਹੈ ਜਿਹੜਾ ਟੈਕਸਿਸ ਸੇਵਿੰਗ ਜਾਂ ਲੋਨਸ ਦੇ ਥਰੂ ਕ੍ਰੀਏਟ ਨਹੀਂ ਕਰ ਸਕਦੀ, ਇਸ ਕਰਕੇ ਉਹਨੂੰ ਡੈਫੀਸਿਟ ਫਿਨਾਂਸਿੰਗ ਕਰਨੀ ਪੈਂਦੀ ਹੈ। ਪਰ ਜੇ ਡੈਫੀਸਿਟ ਫਿਨਾਂਸਿੰਗ ਇੱਕ ਸਰਟੇਨ ਲਿਮਿਟ ਨੂੰ ਕ੍ਰੋਸ ਕਰ ਜੇ ਤਾਂ ਬਹੁਤ ਪੋਸੀਬਿਲਿਟੀ ਹੁੰਦੀ ਹੈ ਕਿ ਪ੍ਰਾਈਸਿਸ ਦੇ ਵਿੱਚ ਵਾਧਾ ਆ ਜਾਂਦਾ ਅਤੇ ਗਰੋਥ ਬੁਰੇ ਤਰੀਕੇ ਨਾਲ ਅਫੈਕਟ ਹੁੰਦੀ ਹੈ। ਸੋ ਡੈਫੀਸਿਟ ਫਿਨਾਂਸਿੰਗ ਦੇ ਫੇਵਰੇਬਲ ਇਫੈਕਟ ਵੀ ਨੇ ਅਤੇ ਅਨਫੇਵਰੇਬਲ ਇਫੈਕਟ ਵੀ ਨੇ। ਫਸਟ ਹੈ ਜੀ ਫੇਵਰੇਬਲ ਇਫੈਕਟਸ। ਫਸਟ ਪੁਆਇੰਟ ਹੈ ਮੋਬਿਲਾਈਜੇਸ਼ਨ ਆਫ ਸਰਪਲਸ ਐਂਡ ਅਨਯੂਟੀਲਾਈਜ਼ਡ ਰਿਸੋਰਸਿਸ। ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਲੇਬਰ ਅਤੇ ਅਦਰ ਰਿਸੋਰਸਿਸ ਨੇ ਉਹਨਾਂ ਨੂੰ ਫੁੱਲੀ ਯੂਟੀਲਾਈਜ਼ ਨਹੀਂ ਕੀਤਾ ਜਾਂਦਾ ਕਿਉਂਕਿ ਫਾਈਨੈਂਸ਼ੀਅਲ ਰਿਸੋਰਸਿਸ ਦੀ ਕਮੀ ਹੁੰਦੀ ਹੈ। ਇਹ ਰਿਸੋਰਸਿਸ ਅਨਐਕਸਪਲੋਇਟਡ ਰਹਿੰਦੇ ਨੇ। ਸੋ ਗਵਰਨਮੈਂਟ ਹੈ ਜਿਹੜੀ ਉਹ ਇਹਨਾਂ ਫਾਈਨੈਂਸ਼ੀਅਲ ਰਿਸੋਰਸਿਸ ਕਰਕੇ ਇਸ ਪੈਸੇ ਦੇ ਨਾਲ ਅਨਇੰਪਲੋਇਡ ਰਿਸੋਰਸਿਸ ਨੂੰ ਇੰਪਲੋਇਮੈਂਟ ਪ੍ਰੋਵਾਈਡ ਕਰਦੀ ਹੈ ਜਿਹਦੇ ਨਾਲ ਆਊਟਪੁੱਟ ਵੱਧਦੀ ਹੈ, ਰੇਟ ਆਫ ਇਕਨੋਮਿਕ ਗਰੋਥ ਵੱਧਦਾ ਹੈ। ਪਰ ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਕਪੈਸਿਟੀ ਆ ਉਹ ਐਗਰੀਕਲਚਰਲ ਅਤੇ ਇੰਡਸਟਰੀਅਲ ਸੈਕਟਰ ਦੇ ਵਿੱਚ ਘੱਟ ਹੁੰਦੀ ਹੈ। ਇਸ ਪ੍ਰੋਡਕਸ਼ਨ ਕਪੈਸਿਟੀ ਨੂੰ ਵਧਾਉਣਾ ਹੁੰਦਾ ਹੈ ਥਰੂ ਡੈਫੀਸਿਟ ਫਿਨਾਂਸਿੰਗ। ਪ੍ਰੋਡਕਸ਼ਨ ਵਧੂਗੀ ਤਾਂ ਆਊਟਪੁੱਟ ਵਧੂਗੀ। ਇਨਕਰੀਜ਼ ਇਨ ਪ੍ਰੋਡਕਸ਼ਨ ਕਪੈਸਿਟੀ ਵਧੂਗੀ ਤਾਂ ਪ੍ਰੋਡਕਸ਼ਨ ਵਧੂਗੀ ਤਾਂ ਪ੍ਰਾਈਸਿਸ ਨੇ ਸਟਾਰਟਿੰਗ ਦੇ ਵਿੱਚ ਵੱਧਦੇ ਨੇ, ਪਰ ਆਫਟਰ ਦੈਟ ਜੇ ਪ੍ਰੋਡਕਸ਼ਨ ਇੱਕ ਲੈਵਲ ਦੇ ਉੱਤੇ ਆ ਜਾਂਦੀ ਹੈ ਤਾਂ ਪ੍ਰਾਈਸਿਸ ਵੀ ਆਪਣੇ ਆਪ ਸੈਟਲ ਹੋ ਜਾਂਦੇ ਨੇ। ਨੈਕਸਟ ਡੈਫੀਸਿਟ ਫਿਨਾਂਸਿੰਗ ਐਂਡ ਕ੍ਰੀਏਸ਼ਨ ਆਫ ਨਿਊ ਰਿਸੋਰਸਿਸ। ਅੰਡਰ ਡਿਵੈਲਪਡ ਕੰਟਰੀਜ਼ ਨੇ ਜਿਹੜੀਆਂ ਉਹ ਲੈਕ ਆਫ ਵਲੰਟਰੀ ਸੇਵਿੰਗਸ ਉੱਥੇ ਨਹੀਂ ਹੁੰਦੀਆਂ, ਮਤਲਬ ਲੋਕ ਆਪਣੀ ਮਰਜ਼ੀ ਨਾਲ ਸੇਵਿੰਗਸ ਨਹੀਂ ਕਰਦੀਆਂ। ਸੇਵਿੰਗਸ ਇੰਨੇ ਕੁ ਨਹੀਂ ਹੁੰਦੇ ਕਿ ਉਹਨਾਂ ਦੇ ਨਾਲ ਪਲੈਨਸ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਕੀਤੀ ਜਾਵੇ। ਸੋ ਜਦੋਂ ਇਹ ਕੰਟਰੀਜ਼ ਡੈਫੀਸਿਟ ਫਿਨਾਂਸਿੰਗ ਕਰਦੀਆਂ ਨੇ ਤਾਂ ਪ੍ਰਾਈਸਿਸ ਵੱਧਦੇ ਨੇ ਪਰ ਲੋਕਾਂ ਦੀ ਇਨਕਮ ਉਨੀ ਨਹੀਂ ਵੱਧਦੀ, ਇਸ ਕਰਕੇ ਕੰਜ਼ੰਪਸ਼ਨ ਘੱਟ ਜਾਂਦੀ ਹੈ। ਫਿਰ ਲੋਕ ਕੀ ਕਰਦੇ ਨੇ, ਉਸ ਪੈਸੇ ਨਾਲ ਕੀ ਕਰਦੇ ਨੇ, ਸੇਵਿੰਗਸ ਕਰਦੇ ਨੇ। ਇਹ ਜਿਹੜੀ ਸੇਵਿੰਗ ਹੈ ਇਹਨੂੰ ਅਸੀਂ ਨਿਊ ਰਿਸੋਰਸਿਸ ਫॉर ਇਕਨੋਮਿਕ ਗਰੋਥ ਦੇ ਵਿੱਚ ਲਗਾ ਸਕਦੇ ਹਾਂ। ਥਰਡ ਹੈ ਜੀ ਯੂਟੀਲਾਈਜੇਸ਼ਨ ਆਫ ਨੈਚੁਰਲ ਰਿਸੋਰਸਿਸ। ਜਿਹੜੇ ਨੈਚੁਰਲ ਰਿਸੋਰਸਿਸ ਨੇ ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਪਰ ਉਹਨਾਂ ਨੂੰ ਪ੍ਰੋਪਰਲੀ ਐਕਸਪਲੋਇਟ ਨਹੀਂ ਕੀਤਾ ਜਾਂਦਾ ਕਿਉਂਕਿ ਸਾਡੇ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਲਾਉਣ ਵਾਸਤੇ। ਸੋ ਗਵਰਨਮੈਂਟ ਕੀ ਕਰਦੀ ਹੈ, ਡੈਫੀਸਿਟ ਫਿਨਾਂਸਿੰਗ ਦੇ ਨਾਲ ਉਹਨਾਂ ਨੈਚੁਰਲ ਰਿਸੋਰਸਿਸ ਨੂੰ ਜਿਹੜਾ ਹੈ ਉਹ ਲਗਾਇਆ ਜਾਂਦਾ ਹੈ ਅਤੇ ਜਿਹੜਾ ਐਕਸਪੈਂਡੀਚਰ ਹੈ ਉਹ ਸਾਰਾ ਡੈਫੀਸਿਟ ਫਿਨਾਂਸਿੰਗ ਵਿੱਚੋਂ ਹੀ ਕੀਤਾ ਜਾਂਦਾ ਹੈ। ਨੈਕਸਟ ਹੈ ਬੇਟਾ ਇਨਕਰੀਜ਼ ਇਨ ਇੰਪਲੋਇਮੈਂਟ। JM ਕੀਨਜ਼ ਹੈ ਜਿਹੜਾ ਉਹ ਡੈਫੀਸਿਟ ਫਿਨਾਂਸਿੰਗ ਦੇ ਫੇਵਰ ਵਿੱਚ ਸੀ। ਉਹ ਕਹਿੰਦਾ ਕਿ ਅਨਇੰਪਲੋਇਮੈਂਟ ਦਾ ਕਾਰਨ ਹੀ ਇਹੀ ਹੁੰਦਾ ਹੈ ਕਿ ਜਦੋਂ ਐਗਰੀਗੇਟ ਡਿਮਾਂਡ ਦੇ ਵਿੱਚ ਕਮੀ ਹੋਵੇ। ਠੀਕ ਹੈ, ਆਪਾਂ ਪਿੱਛੇ ਜਿਹੜੀ ਲਾਸਟ ਈਅਰ ਥਿਊਰੀ ਕੀਤੀ ਸੀ ਆਪਣੀ ਕੀਨਜ਼ ਦੀ ਥਿਊਰੀ, ਉਹਦੇ ਵਿੱਚ ਇਹੀ ਗੱਲ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਹੀ ਕੀਤੀ ਸੀਗੀ ਕਿ ਅਗਰ ਕਿਸੇ ਕੰਟਰੀ ਦੇ ਵਿੱਚ ਇਨਕਮ ਆਊਟਪੁੱਟ ਇੰਪਲੋਇਮੈਂਟ ਘੱਟ ਨਹੀਂ ਤਾਂ ਉਹਦਾ ਕਾਰਨ ਹੈ ਕਿ ਜਦੋਂ ਐਗਰੀਗੇਟ ਕੁੱਲ ਮੰਗ ਹੈ ਉਹਦਾ ਘਾਟਾ ਹੋਵੇ। ਸੋ ਜ਼ਰੂਰੀ ਹੈ ਅਸੀਂ ਐਗਰੀਗੇਟ ਐਕਸਪੈਂਡੀਚਰ ਵਧਾਈਏ। ਕਿੱਦਾਂ ਵਧਾਵਾਂਗੇ ਐਗਰੀਗੇਟ ਐਕਸਪੈਂਡੀਚਰ? ਜੇ ਪੈਸੇ ਹੋਣਗੇ ਲੋਕਾਂ ਦੇ ਹੱਥਾਂ 'ਚ ਪੈਸਾ ਫੜਾਵਾਂਗੇ। ਉਹ ਕਿਵੇਂ ਫੜਾਵਾਂਗੇ? ਪਬਲਿਕ ਐਕਸਪੈਂਡੀਚਰ ਕਰਕੇ, ਠੀਕ ਹੈ, ਰਿਚ ਤੋਂ ਪੂਅਰ ਵੱਲ ਨੂੰ ਪੈਸਾ ਟਰਾਂਸਫਰ ਕਰਕੇ। ਫਿਰ ਜਦੋਂ ਅਸੀਂ ਉਹਨਾਂ ਲਈ ਇੰਪਲੋਇਮੈਂਟ ਅਪੋਰਚੁਨਿਟੀਜ਼ ਨੂੰ ਇਨਕਰੀਜ਼ ਕਰਾਂਗੇ ਤਾਂ ਇਨਵੈਸਟਮੈਂਟ ਵਧੂਗੀ, ਡਿਮਾਂਡ ਫਾਰ ਵਰਕਰਸ ਵਧਣਗੇ, ਵੇਜਸ ਵਧਣਗੀਆਂ, ਡਿਸਗਾਈਜ਼ਲੀ ਅਨਇੰਪਲੋਇਡ ਲੋਕਾਂ ਨੂੰ ਜਿਹੜਾ ਕੰਮ ਮਿਲ ਜੂਗਾ ਅਤੇ ਇਹਦੇ ਨਾਲ ਜਿਹੜਾ ਹੈ ਆਊਟਪੁੱਟ ਹੈ ਜਿਹੜੀ ਉਹ ਰੂਰਲ ਸੈਕਟਰ ਦੇ ਵਿੱਚ ਉੱਥੇ ਕੋਈ ਵੀ ਡਿਕਲਾਈਨ ਫਿਰ ਨਹੀਂ ਆਊਗੀ। ਇਨਫਰਾਸਟਰਕਚਰ ਨੂੰ ਵਧਾਉਣਾ ਹੈ। ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਇਨਫਰਾਸਟਰਕਚਰ ਦਾ ਘਾਟਾ ਹੁੰਦਾ ਹੈ। ਸੋ ਇਨਫਰਾਸਟਰਕਚਰ ਦੀ ਡਿਵੈਲਪਮੈਂਟ ਹੈ ਉਸਨੂੰ ਕਰਨੀ ਹੈ, ਉਹਦੇ ਵਾਸਤੇ ਸਫੀਸ਼ੀਐਂਟ ਫੰਡ ਇਕੱਠੇ ਕਰਨੇ ਹੋਣਗੇ। ਇਨਫਰਾਸਟਰਕਚਰ ਦੇ ਵਿੱਚ ਜਦੋਂ ਅਸੀਂ ਪੈਸਾ ਲਾਵਾਂਗੇ ਤਾਂ ਬਾਕੀ ਸੈਕਟਰਸ ਨੇ ਆਪਣੇ ਆਪ ਡਿਵੈਲਪ ਹੋ ਜਾਣਗੇ। ਨੈਕਸਟ ਹੈ ਫਿਨਾਂਸ਼ੀਅਲ ਰਿਸੋਰਸਿਸ ਫॉर ਇਕਨੋਮਿਕ ਪਲੈਨਿੰਗ। ਗ੍ਰੇਟ ਡਿਮਾਂਡ ਹੁੰਦੀ ਹੈ ਜਿਹੜੇ ਫਿਨਾਂਸ਼ੀਅਲ ਰਿਸੋਰਸਿਸ ਦੀ ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਪਲੈਨਸ ਨੂੰ ਬਣਾਉਣ ਵਾਸਤੇ। ਇਹ ਜਿਹੜਾ ਫਿਨਾਂਸ ਹੈ ਇਹ ਪੋਸੀਬਲੀ ਜਿਹੜਾ ਹੈ ਆਰਡੀਨਰੀ ਬਜਟ ਰਿਸੋਰਸਿਸ ਦੇ ਨਾਲ ਨਹੀਂ ਲਗਾਇਆ ਜਾ ਸਕਦਾ। ਸੋ ਗਵਰਨਮੈਂਟ ਨੂੰ ਕੀ ਕਰਨਾ ਪੈਂਦਾ ਹੈ, ਡੈਫੀਸਿਟ ਫਿਨਾਂਸਿੰਗ ਕਰਨੀ ਪੈਂਦੀ ਹੈ। ਜਿਹੜਾ ਫਿਨਾਂਸ ਫॉर ਇਕਨੋਮਿਕ ਪਲੈਨਿੰਗ ਹੈ ਉਹਨੂੰ ਅਸੀਂ ਈਜ਼ੀਲੀ ਜਿਹੜਾ ਹੈ ਡੈਫੀਸਿਟ ਫਿਨਾਂਸਿੰਗ ਦੇ ਨਾਲ ਕਰ ਸਕਦੇ ਹਾਂ। ਮੋਨੇਟਰੀ ਡਿਮਾਂਡ, ਹੁਣ ਮਨੀ ਦੀ ਡਿਮਾਂਡ ਹੈ ਜਿਹੜੀ ਵੇਰੀਅਸ ਰੀਜ਼ਨਸ ਲਈ ਕੀਤੀ ਜਾਂਦੀ ਹੈ। ਮਨੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਜਿਹੜਾ ਨਾਨ ਮੋਨੇਟਰੀ ਸੈਕਟਰ ਆ ਉਹਨੂੰ ਮੋਨੇਟਰੀ ਸੈਕਟਰ 'ਚ ਬਦਲੀਏ। ਟ੍ਰਾਂਜੈਕਸ਼ਨ ਪਰਪਸਿਸ ਲਈ ਡਿਮਾਂਡ ਕੀਤੀ ਜਾਂਦੀ ਹੈ। ਇਨਕਮ ਹੈ ਜਿਹੜੀ ਉਹ ਇਕਨੋਮਿਕ ਪਲੈਨਿੰਗ ਦੇ ਨਾਲ ਇਨਕਰੀਜ਼ ਹੋ ਜਾਂਦੀ ਹੈ। ਇੰਪੋਰਟਸ ਨੇ ਜਿਹੜੀਆਂ ਉਹ ਵੱਧ ਜਾਂਦੀਆਂ ਨੇ। ਸੋ ਜਿੰਨੀ ਵੀ ਸਾਡੀ ਡਿਮਾਂਡ ਫॉर ਮਨੀ ਹੈ ਜਿਸ ਵੀ ਪਰਪਜ਼ ਵਾਸਤੇ ਹੈ ਉਹ ਸਾਰੀ ਅਸੀਂ ਕਿਹਦੇ ਨਾਲ ਕੰਪਲੀਟ ਕਰ ਸਕਦੇ ਹਾਂ, ਡੈਫੀਸਿਟ ਫਿਨਾਂਸਿੰਗ ਦੇ ਨਾਲ ਕਰ ਸਕਦੇ ਹਾਂ।
ਨੈਕਸਟ ਹੈ ਬੇਟਾ ਰੈਪਿਡ ਰੇਟ ਆਫ ਗਰੋਥ। ਐਗਰੀਕਲਚਰ ਤੇ ਇੰਡਸਟਰੀਅਲ ਡਿਵੈਲਪਮੈਂਟ ਹੈ ਜੇ ਉਹ ਹੋਊਗੀ ਉਹਦੇ ਵਾਸਤੇ ਸਾਨੂੰ ਇਨਫਰਾਸਟਰਕਚਰ ਦੀ ਡਿਵੈਲਪਮੈਂਟ ਦੀ ਲੋੜ ਹੈ। ਸੋ ਐਡਿਕੁਏਟ ਕੁਆਂਟਿਟੀ ਦੇ ਵਿੱਚ ਮਨੀ ਹੈ ਜਿਹੜੀ ਉਹ ਡਿਵੈਲਪਮੈਂਟ ਆਫ ਇਨਫਰਾਸਟਰਕਚਰ ਹੈ ਉਹਦੇ 'ਚ ਕਰਨੀ ਚਾਹੀਦੀ ਹੈ ਤਾਂ ਕਿ ਰੇਟ ਆਫ ਗਰੋਥ ਹੈ ਉਹ ਫਾਸਟ ਹੋ ਸਕੇ ਅਤੇ ਡੈਫੀਸਿਟ ਫਿਨਾਂਸਿੰਗ ਇਸ ਜਿਹੜਾ ਹੈ ਚੀਜ਼ ਨੂੰ ਪੂਰਾ ਕਰ ਸਕਦੀ ਹੈ। ਸੋ ਬੇਟਾ ਇਹ ਸੀ ਕਿ ਤੁਹਾਡੇ ਕੋਲੇ ਫੇਵਰੇਬਲ ਇਫੈਕਟਸ ਆਫ ਡੈਫੀਸਿਟ ਫਿਨਾਂਸਿੰਗ। ਸੋ ਵਾਟ ਵੀ ਹੈਵ ਡਨ ਟੂਡੇ, ਥੋੜ੍ਹਾ ਰੀਕੈਪਚੂਲੇਟ ਕਰ ਲੈਂਦੇ ਹਾਂ ਮੀਨਿੰਗ ਆਫ ਡੈਫੀਸਿਟ ਫਿਨਾਂਸਿੰਗ। ਵੈਸਟਰਨ ਕੰਟਰੀਜ਼ ਦੇ ਵਿੱਚ ਡੈਫੀਸਿਟ ਫਿਨਾਂਸਿੰਗ ਦਾ ਮੀਨਿੰਗ, ਇੰਡੀਆ ਦੇ ਵਿੱਚ ਇੱਕ ਡੈਫੀਨੇਸ਼ਨ ਕਰ ਸਕਦੇ ਹੋ ਤੁਸੀਂ, 3-4 ਆਬਜੈਕਟਿਵ ਦਿੱਤੇ ਹੋਏ ਨੇ। ਫਿਰ ਇਫੈਕਟਸ ਆਫ ਡੈਫੀਸਿਟ ਫਿਨਾਂਸਿੰਗ, ਇਹੀ ਲੌਂਗ ਕੁਐਸਚਨ ਬਣਦਾ ਹੈ ਬੇਟਾ ਤੁਹਾਡੇ ਕੋਲ ਇਸ ਚੈਪਟਰ ਦੇ ਵਿੱਚ। ਫੇਵਰੇਬਲ ਇਫੈਕਟ ਇਸ ਤੋਂ ਬਾਅਦ ਆਉਣਗੇ ਤੁਹਾਡੇ ਕੋਲ ਐਡਵਰਸ ਇਫੈਕਟ, ਠੀਕ ਹੈ। ਫਿਰ ਇਫੈਕਟਸ ਆਫ ਡੈਫੀਸਿਟ ਫਿਨਾਂਸਿੰਗ ਔਨ ਪ੍ਰਾਈਸਿਸ, ਫਿਰ ਕਿੱਦਾਂ ਐਡਵਰਸ ਇਫੈਕਟਸ ਨੂੰ ਆਪਾਂ ਕੰਟਰੋਲ ਕਰਨਾ ਹੈ। ਆਹ ਪਲਾਨਸ ਵਾਲਾ ਪੀਰੀਅਡ ਆਪਾਂ ਨਹੀਂ ਕਰਨਾ ਹੋਊਗਾ ਬਸ। this will be all in this chapter. I think 2 more lecture and this chapter will be complete. So it's your moral duty to listen to the videos daily, ठीक है। डेली वीडियोज़ ਨੂੰ ਸੁਣਨਾ ਹੈ ਬੇਟਾ 2-3 ਵਾਰ ਜਿਵੇਂ ਵੀ ਤੁਹਾਡੇ ਕਨਵੀਨੀਅੰਸ ਦੇ ਉੱਤੇ ਹੈ, ਅਤੇ ਨਾਲ ਜਿਹੜਾ ਚੈਪਟਰਸ ਨੇ ਇਹਨਾਂ ਨੂੰ ਲਰਨ ਕਰਨਾ ਸਟਾਰਟ ਕਰਦੇ ਰਹੋ, ਠੀਕ ਹੈ ਬੇਟਾ। ਟਿਲ ਦੈਨ ਬਾਏ ਬਾਏ, ਹੈਪੀ ਲਰਨਿੰਗ।